एक गुरु का सिख होया है भाई लखू। कहते भाई लखू ना धाड़वी हुंदा सी, धाड़वी। इहदा पिंड ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੈ, ਤਹਿਸੀਲ ਪੱਟੀ। ਤੇ ਪੱਟੀ ਤਹਿਸੀਲ ਦਾ ਪਿੰਡ ਸੀ ਮਨਾਵਾ। ਮਨਾਵੇ ਪਿੰਡ ਦਾ ਸੀ ਵਾਸਨਿਕ ਭਾਈ ਲੱਖੂ, ਜਿਹਨੂੰ ਲੋਕ ਕਹਿੰਦੇ ਸਨ ਧਾੜਵੀ, ਲੁਟੇਰਾ, ਚੋਰ। ਤੇ ਕਹਿੰਦੇ ਉਹ ਇਹਨਾਂ ਆਦਤਾਂ ਨੂੰ ਛੱਡ ਕੇ ਇੰਨਾ ਘਮਾਣ ਹੋ ਗਿਆ, ਕਹਿੰਦੇ ਜਪਜੀ ਸਾਹਿਬ ਦਾ ਪਾਠ ਕਰਦਾ ਸੀ ਤੇ ਬ੍ਰਹਮ ਗਿਆਨ ਦੀ ਦਾਤ ਮਿਲ ਗਈ ਸੀ ਉਸੇ ਕੋਲ। ਕਹਿੰਦੇ ਜਿਹੜਾ ਪਹਿਲਾਂ ਉਹਦਾ ਜੀਵਨ ਸੀ ਨਾ, ਉਹ ਸੀ ਧਾੜਵੀ ਵਾਲਾ। ਇੱਕ ਵਾਰ ਕਹਿੰਦੇ ਹੱਥ ਵਿੱਚ ਲੈ ਕੇ ਸ਼ਸਤਰ, ਗੰਡਾਸੀ ਤੇ ਘਰੋਂ ਤੁਰਿਆ ਵੀ ਮੈਂ ਲੁੱਟ ਕੇ ਲਿਆਉਣਾ, ਕਿਸੇ ਨੂੰ ਪੈਸੇ ਮਿਲ ਜਾਣਗੇ, ਬਸਤਰ ਮਿਲ ਜਾਣਗੇ, ਸੋਨਾ ਚਾਂਦੀ ਮਿਲ ਜਾਏਗਾ, ਘਰ ਦਾ ਗੁਜ਼ਾਰਾ ਚੱਲੇਗਾ। ਕਹਿੰਦੇ ਉਹਨੇ ਨਾ ਮੋਢੇ 'ਤੇ ਰੱਖੀ ਗੰਡਾਸੀ ਤੇ ਘਰੋਂ ਤੁਰਿਆ ਲੱਖੂ ਧਾੜਵੀ। ਕਹਿੰਦੇ ਜਦੋਂ ਤੁਰਿਆ ਨਾ ਤੇ ਰਸਤੇ ਦੇ ਵਿੱਚ ਆਇਆ ਤੇ ਰਸਤੇ ਦੇ ਵਿੱਚ ਕੀ ਦੇਖਦਾ, ਇੱਕ ਨਾ ਗੁਰੂ ਕਾ ਸਿੱਖ ਬੈਠਾ ਭਾਈ ਪ੍ਰਾਣਾ, ਜਿਹੜਾ ਕਿ ਗੁਰੂ ਅਰਜਨ ਦੇਵ ਜੀ ਦਾ ਸਿੱਖ ਸੀ, ਭਾਈ ਪ੍ਰਾਣਾ। ਕਹਿੰਦੇ ਭਾਈ ਪ੍ਰਾਣਾ ਬੈਠਾ ਤੇ ਲਾਗੇ ਉਹਨਾਂ ਲੱਕੜਾਂ ਰੱਖੀਆਂ ਨੇ, ਲੱਕੜਾਂ ਬੰਨ੍ਹ ਕੇ ਰੱਖੀਆਂ ਨੇ। ਕਾਹਦੇ ਲਈ? ਕਿ ਗੁਰੂ ਕੇ ਲੰਗਰ ਦੇ ਵਿੱਚ ਕੰਮ ਆਉਣਗੀਆਂ। ਉਹ ਜਿੱਥੇ ਬਾਣੀ ਪੜ੍ਹਦਾ ਸੀ ਉੱਥੇ ਉਹ ਲੱਕੜਾਂ ਇਕੱਠੀਆਂ ਕਰਕੇ ਨਾ ਲੰਗਰ ਵਾਸਤੇ ਲੈ ਕੇ ਜਾਂਦਾ ਹੁੰਦਾ ਸੀ, ਵੀ ਲੰਗਰ ਪੱਕਣਾ ਹੈ, ਪ੍ਰਸ਼ਾਦੇ ਤਿਆਰ ਹੋਣੇ ਨੇ ਤੇ ਦਾਲਾਂ ਸਬਜ਼ੀਆਂ ਬਣਨੀਆਂ ਨੇ ਤੇ ਲੱਕੜ ਜ਼ਰੂਰੀ ਅੱਗ ਬਾਲਣ ਵਾਸਤੇ। ਉਹਨੇ ਉੱਥੇ ਲੱਕੜਾਂ ਲਾਗੇ ਰੱਖੀਆਂ ਤੇ ਨਾਲੇ ਬਾਣੀ ਪੜ੍ਹ ਰਿਹਾ। ਸਮਾਂ ਜਿੱਥੇ ਉਹਨੂੰ ਮਿਲਦਾ ਨਾ ਭਾਈ ਪੁਰਾਣੇ ਨੂੰ, ਉੱਥੇ ਬਹਿ ਜਾਂਦਾ ਤੇ ਜਦੋਂ ਵਕਤ ਮਿਲਦਾ ਉੱਥੇ ਬਾਣੀ ਪੜ੍ਹ ਕੇ ਤੇ ਲੱਕੜਾਂ ਸਿਰ 'ਤੇ ਚੁੱਕ ਕੇ ਫਿਰ ਤੁਰ ਪੈਂਦਾ। ਜੇ ਰਸਤੇ 'ਚ ਥੱਕ ਜਾਂਦੇ ਤੇ ਫਿਰ ਉੱਥੇ ਰੱਖ ਲੈਂਦੇ, ਉੱਥੇ ਫਿਰ ਬਾਣੀ ਪੜ੍ਹਨ ਲੱਗ ਜਾਂਦੇ। ਕਹਿੰਦੇ ਰਸਤੇ ਦੇ ਵਿੱਚ ਭਾਈ ਲੱਖੂ ਨੂੰ ਮਿਲਿਆ ਭਾਈ ਪੁਰਾਣਾ ਬਾਣੀ ਪੜ੍ਹਦਾ ਪਿਆ, ਲੱਕੜਾਂ ਲਾਗੇ ਪਈਆਂ। ਉਹਨੇ ਵੇਖਿਆ ਵੀ ਮਹਾਂਪੁਰਸ਼ ਆ, ਬਾਣੀ ਪੜ੍ਹਨ ਵਾਲੀ ਆ, ਬਾਣੀ ਦੇ ਨਾਲ ਭਿੱਜੀ ਰੂਹ ਆ। ਕਿਉਂਕਿ ਜਿਹੜਾ ਗੁਰਸਿੱਖ ਹੁੰਦਾ ਨਾ, ਉਹਨੂੰ ਜਿੱਥੇ ਵੀ ਸਮਾਂ ਮਿਲੇ ਉੱਥੇ ਹੀ ਬਾਣੀ ਪੜ੍ਹਦਾ ਜੀ। ਜੇ ਰਸਤੇ ਦੇ ਵਿੱਚ ਵੀ ਚੱਲਦਾ ਪਿਆ ਨਾ, ਕਿਤੇ ਬੱਸ ਗੱਡੀ ਦੇ ਵਿੱਚ, ਮੋਟਰਸਾਈਕਲ 'ਤੇ, ਉਹ ਕੋਸ਼ਿਸ਼ ਕਰਦਾ ਵੀ ਰਸਤੇ ਦੇ ਵਿੱਚ ਵੀ ਬਾਣੀ ਪੜ੍ਹਨ ਦੀ ਕੋਸ਼ਿਸ਼ ਕਰ। ਜੇ ਸਾਨੂੰ ਬਾਣੀ ਆਉਂਦੀ ਹੈ ਨਾ, ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ, ਜੇ ਸਫ਼ਰ ਕਰਦੇ ਤੇ ਸਫ਼ਰ ਦੇ ਵਿੱਚ ਵੀ ਬਾਣੀ ਪੜ੍ਹ ਲਓ। ਸਾਡਾ ਸਫ਼ਰ ਜਿਹੜਾ ਚੜ੍ਹਦੀ ਕਲਾ ਦੇ ਨਾਲ ਨਿਕਲ ਜਾਏ। ਜੇ ਅਸੀਂ ਖੇਤ ਵਿੱਚ ਜਾ ਰਹੇ ਹਾਂ, ਗੇੜਾ ਮਾਰਨਾ ਹੈ, ਮੋਢੇ 'ਤੇ ਕਹੀ ਆ, ਜੇ ਬਾਣੀ ਚੇਤੇ ਆ ਤੇ ਬਾਣੀ ਪੜ੍ਹ ਲਾ, ਜੇ ਨਾਮ ਚੇਤੇ ਤੇ ਨਾਮ ਪੜ੍ਹ ਲਾ, ਨਾਮ ਜਪ ਲਾ। ਨਾਲੇ ਖੇਤੀ ਨੂੰ ਪ੍ਰਫੁੱਲਤਾ ਸਹਿਤ ਹੋ ਜਾਏਗੀ। ਖੇਤੀ ਜਿਹੜੀ ਚੜ੍ਹਦੀ ਕਲਾ ਦੇ ਨਾਲ ਚੰਗਾ ਝਾੜ ਦੇਗੀ ਜਦੋਂ ਬਾਣੀ ਪੜ੍ਹੇਗਾ ਤੂੰ ਖੇਤੀ ਦੇ ਵਿੱਚ ਜਾ ਕੇ। ਸੋ ਗੁਰੂ ਕੇ ਸਿੱਖ ਰਸਤੇ 'ਤੇ ਚੱਲਦਿਆਂ ਹੋਇਆਂ ਬਾਣੀ ਪੜ੍ਹਦੇ ਸਨ। ਬਾਣੀ ਵੀ ਕਹਿੰਦੀ ਹੈ, ਕਹਿੰਦੇ ਊਠਤ ਬੈਠਤ ਹਰ ਹਰ ਧਿਆਈਐ, ਮਾਰਗ ਚਲਤ ਹਰੇ ਹਰ ਗਾਈਏ। ਇਹ ਗੁਰਬਾਣੀ ਕਹਿੰਦੀ ਹੈ। ਕਹਿੰਦੀ ਉੱਠਦਾ ਤੇ ਬਾਣੀ ਪੜ੍ਹ, ਬਹਿੰਦਾ ਤੇ ਬਾਣੀ ਪੜ੍ਹ, ਮਾਰਗ ਚਲਤ ਹਰੇ ਹਰ ਗਾਈਏ। ਜੇ ਤੂੰ ਤੁਰਿਆ ਜਾ ਰਿਹਾ ਨਾ, ਕੱਚੇ ਰਸਤੇ 'ਤੇ ਤੁਰਿਆ ਜਾ ਰਿਹਾ ਜਾਂ ਪੱਕੇ 'ਤੇ ਤੇਰੇ ਮੂੰਹ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਹੋਣਾ ਚਾਹੀਦਾ। ਆਖੋ ਵਾਹਿਗੁਰੂ। ਤੂੰ ਰਸਤੇ 'ਤੇ ਤੁਰਿਆ ਜਾਂਦਾ, ਪਾਠ ਕਰੀ ਜਾਵੇਂ, ਬਾਣੀ ਪੜ੍ਹੀ ਜਾਵੇਂ। ਤੇ ਕਹਿੰਦੇ ਨੇ ਉਹ ਸਿੱਖ ਬਾਣੀ ਪੜ੍ਹਦਾ ਪਿਆ ਵਾ, ਤੇ ਜਿਹੜਾ ਧਾੜਵੀ ਸੀ ਲੱਖੂ, ਉਹਨੇ ਨਾ ਅਰਦਾਸ ਕੀਤੀ ਉਹਦੇ ਅੱਗੇ। ਕੀ ਅਰਦਾਸ ਕੀਤੀ? ਕਹਿਣ ਲੱਗਾ, ਮਹਾਂਪੁਰਸ਼ੋ ਜੇ ਅੱਜ ਮੈਨੂੰ ਖੁੱਲ੍ਹਾ ਗੱਫਾ ਮਿਲ ਜੇ ਨਾ, ਕਿਤੇ ਡਾਕਾ ਮਾਰਨਾ, ਮੈਂ ਧਾੜਵੀ ਹਾਂ, ਤੇ ਤੀਜਾ ਹਿੱਸਾ ਤੁਹਾਡਾ ਹੋਵੇਗਾ। ਦੇਖੋ ਅਰਦਾਸ ਕਿਹੋ ਜਿਹੀ ਕੀਤੀ ਉਹਨੇ। ਕਹਿਣ ਲੱਗਾ ਜੇ ਕਿਤੇ ਮੈਨੂੰ ਖੁੱਲ੍ਹਾ ਗੱਫਾ ਅੱਜ ਮਿਲ ਗਿਆ ਤੇ ਤੀਜਾ ਹਿੱਸਾ ਜਿਹੜਾ ਮੈਂ ਤੁਹਾਡੇ ਚਰਨਾਂ 'ਚ ਅਰਪਣ ਕਰ ਦਿਆਂਗਾ। ਕਿਰਪਾ ਕਰਿਓ, ਮੇਰੀ ਸੁਖਨਾ ਪੂਰੀ ਕਰ ਦਿਓ, ਮੈਨੂੰ ਅੱਜ ਖੁੱਲ੍ਹਾ ਗੱਫਾ ਮਿਲ ਜਾਏ। ਹੁਣ ਚੜ੍ਹਦੀ ਕਲਾ ਵਾਲਾ ਸਿੱਖ ਹੈ, ਗੁਰਮੁਖੋ ਬਾਣੀ ਵਾਲਾ ਸਿੱਖ ਹੈ, ਜੀਵਨ ਵਾਲਾ ਸਿੱਖ, ਉਹਦੇ ਸਾਹਮਣੇ ਅਰਦਾਸ ਕੀਤੀ ਤੇ ਫਿਰ ਮੋਢੇ 'ਤੇ ਰੱਖ ਕੇ ਗੰਡਾਸੀ ਗਾਂਹ ਤੁਰ ਪਿਆ।
ਜਦੋਂ ਅੱਗੇ ਤੁਰਿਆ ਜਾਂਦਾ ਨਾ ਤੇ ਰਸਤੇ ਦੇ ਵਿੱਚ ਕੋਈ ਮਾਈਆਂ ਬੀਬੀਆਂ ਮਿਲੀਆਂ ਜਿਹੜੀਆਂ ਕਿਸੇ ਵਿਆਹ 'ਤੇ ਜਾਂਦੀਆਂ ਪਈਆਂ। ਕੋਈ ਮੇਲ ਆ, ਬੰਦੇ ਤਾਂ ਅੱਗੇ ਟੱਪ ਗਏ, ਬੀਬੀਆਂ ਪਿੱਛੇ ਰਹਿ ਗਈਆਂ। ਤੇ ਗੁਰਮੁਖੋ ਉਹਨੇ ਵੇਖਿਆ ਵੀ ਇਹਨਾਂ ਕੋਲ ਕੱਪੜੇ ਵੀ ਆ ਤੇ ਇਹਨਾਂ ਨੇ ਗਲ 'ਚ ਗਹਿਣੇ ਵੀ ਪਾਏ ਆ, ਸਰੀਰ 'ਤੇ ਗਹਿਣੇ ਵੀ ਪਾਏ ਆ, ਸੁੰਦਰ ਬਸਤਰ ਪਾਏ ਆ। ਉਹਨੇ ਵੇਖ ਕੇ ਨਾ ਤੇ ਬੀਬੀਆਂ ਨੂੰ ਬੋਲਿਆ, ਉੱਚੀ ਆਵਾਜ਼ ਵਿੱਚ, ਗਰਜਵੀਂ ਆਵਾਜ਼ ਵਿੱਚ ਬੋਲਿਆ, ਕਹਿਣ ਲੱਗਾ, ਠਹਿਰੋ ਬੀਬੀਓ, ਮੈਂ ਧਾੜਵੀ ਲੱਖੂ ਹਾਂ। ਜੇ ਆਪਣੀ ਜਾਨ ਬਚਾਉਣਾ ਚਾਹੁੰਦੀਆਂ ਹੋ, ਜੇ ਜੀਵਨ ਚਾਹੁੰਦੀਆਂ ਹੋ, ਤੇ ਜਿੰਨਾ ਗਹਿਣਾ, ਜਿੰਨਾ ਸਮਾਨ, ਸੋਨਾ ਚਾਂਦੀ, ਕੱਪੜੇ ਮੇਰੇ ਹਵਾਲੇ ਕਰ ਦਿਓ, ਨਹੀਂ ਤਾਂ ਮੈਂ ਤੁਹਾਨੂੰ ਵੱਢ ਦਿਆਂਗੇ ਇੱਥੇ ਸਾਰੀਆਂ। ਕਹਿਣ ਲੱਗਾ, ਨਹੀਂ ਤਾਂ ਮੈਂ ਤੁਹਾਨੂੰ ਕਤਲ ਕਰ ਦਿਆਂਗਾ। ਉਹ ਬੀਬੀਆਂ ਵਿਚਾਰੀਆਂ ਡਰ ਗਈਆਂ। ਉਹ ਤਾਂ ਚੱਲੀਆਂ ਤੇ ਵਿਆਹ 'ਤੇ ਸੀ, ਖੁਸ਼ੀ ਸੀ, ਚਿਹਰੇ 'ਤੇ ਖੁਸ਼ੀ ਸੀ, ਗੀਤ ਗਾਉਂਦੀਆਂ ਜਾਂਦੀਆਂ ਸਨ। ਪਰ ਜਦੋਂ ਇਹ ਧਾੜਵੀ ਚੋਰ ਮਿਲਿਆ ਤੇ ਜਦੋਂ ਉਹਨੇ ਗੁਰਮੁਖੋ ਇਹਨਾਂ ਨੂੰ ਘੇਰ ਲਿਆ ਤੇ ਦਿਖਾਇਆ, ਇਹ ਜਿਹੜੀ ਗੰਡਾਸੀ ਦਿਖਾਈ, ਤੇ ਬੀਬੀਆਂ ਦੇ ਉਤਲੇ ਸਾਹ ਉੱਤੇ ਤੇ ਥੱਲੇ ਥੱਲੇ ਰਹਿ ਗਏ ਤੇ ਗੁਰਮੁਖੋ ਰੋਣ ਲੱਗ ਗਈਆਂ, ਧਾਹਾਂ ਮਾਰਨ ਲੱਗ ਗਈਆਂ। ਖੁਸ਼ੀ ਦਾ ਮਾਹੌਲ ਗਮੀ ਵਿੱਚ ਬਦਲ ਗਿਆ। ਕਹਿਣ ਲੱਗਾ, ਜੇ ਖੈਰ ਚਾਹੁੰਦੀਆਂ ਹੋ ਨਾ ਤੇ ਜੋ ਕੁਝ ਵੀ ਤੁਹਾਡੇ ਕੋਲ ਹੈ, ਬਸਤਰ, ਸੋਨਾ ਚਾਂਦੀ, ਪੈਸੇ, ਕਿਉਂਕਿ ਉਸ ਵੇਲੇ ਵਿਆਹ 'ਤੇ ਚੱਲੀਆਂ ਨੇ, ਕੁਝ ਲੈ ਕੇ ਚੱਲੀਆਂ ਨੇ, ਕੋਈ ਕੱਪੜੇ ਲੈ ਕੇ ਚੱਲੀ ਹੈ, ਕੋਈ ਸੋਨਾ ਚਾਂਦੀ ਲੈ ਕੇ ਚੱਲੀ ਹੈ। ਉਹ ਕਹਿੰਦੇ ਉਹ ਬੀਬੀਆਂ ਨਾ ਕਿਸੇ ਝਾੜੀ ਦੇ ਉਹਲੇ ਜਾ ਕੇ ਉਹਨਾਂ ਨੇ ਜੋ ਕੁਝ ਵੀ ਬਸਤਰ ਸਨ, ਗਹਿਣੇ ਸਨ, ਉਹ ਸਾਰਾ ਲਾ ਕੇ ਤੇ ਲੱਖੂ ਧਾੜਵੀ ਦੇ ਹਵਾਲੇ ਕਰ ਦਿੱਤਾ। ਲੱਖੂ ਧਾੜਵੀ ਸੋਚਦਾ ਵੀ ਸੁਖਣਾ ਜਿਹੜੀ ਸੁਖੀ ਸੀ ਉਹ ਪੂਰੀ ਹੋ ਗਈ ਆ, ਮੈਂ ਅਰਦਾਸ ਕੀਤੀ ਸੀ, ਅਰਦਾਸ ਪੂਰੀ ਹੋ ਗਈ। ਉਹ ਤਾਂ ਪੁੱਜਿਆ ਮਹਾਂਪੁਰਸ਼ਾ, ਉਹ ਤਾਂ ਪੁੱਜਿਆ ਜਿਹਨੇ ਮੇਰੀ ਅਰਦਾਸ ਹੀ ਪੂਰੀ ਕਰ ਦਿੱਤੀ ਹੈ। ਮੈਨੂੰ ਤਾਂ ਮਾਲ ਹੀ ਚੰਗਾ ਮਿਲ ਗਿਆ, ਨਾਲੇ ਕੱਪੜੇ ਮਿਲ ਗਏ ਆ, ਨਾਲੇ ਸੋਨਾ ਚਾਂਦੀ ਮਿਲ ਗਿਆ ਹੈ। ਚੰਗਾ ਕੁਝ ਹੱਥ ਆਇਆ ਅੱਜ ਮੇਰੇ। ਕਹਿੰਦੇ ਬੰਨ੍ਹ ਕੇ ਨਾ ਪੰਡ ਵਿੱਚ ਕੱਪੜੇ, ਸੋਨਾ ਚਾਂਦੀ ਤੇ ਲੈ ਤੁਰਿਆ ਤੇ ਜਾ ਕੇ ਭਾਈ ਪੁਰਾਣਾ ਜੀ ਜਿੱਥੇ ਬੈਠੇ ਨੇ ਉੱਥੇ ਉਹਨਾਂ ਦੇ ਚਰਨਾਂ ਦੇ ਵਿੱਚ ਰਸ ਰੱਖ ਕੇ ਨਾ ਬੇਨਤੀ ਕੀਤੀ, ਲਓ ਮਹਾਂਪੁਰਸ਼ੋ ਤੁਹਾਡਾ ਹਿੱਸਾ। ਪਹਿਲਾਂ ਤਾਂ ਮੈਂ ਅਰਦਾਸ ਕੀਤੀ ਸੀ ਵੀ ਮੈਂ ਤੀਜਾ ਹਿੱਸਾ ਦੇਵਾਂਗਾ, ਪਰ ਤੁਸੀਂ ਤਾਂ ਪੁੱਜੇ ਹੋ, ਮੈਂ ਅੱਧਾ ਹਿੱਸਾ ਤੁਹਾਨੂੰ ਦੇਣਾ, ਅੱਧਾ ਮੈਂ ਰੱਖਦਾ, ਅੱਧਾ ਹਿੱਸਾ ਲੈ ਲਓ। ਤੇ ਉਹਨਾਂ ਨੇ ਨੇਤਰ ਖੋਲ੍ਹੇ, ਕਹਿੰਦੇ ਇਹ ਕੀ ਆ ਭਾਈ? ਕਹਿਣ ਲੱਗੇ, ਮੈਂ ਅਰਦਾਸ ਕੀਤੀ ਸੀ, ਚੰਗਾ ਗੱਫਾ ਮਿਲੇ, ਮੈਂ ਲੁੱਟ ਕੇ ਲਿਆਇਆ ਬੀਬੀਆਂ ਨੂੰ। ਉਹ ਵਿਆਹ 'ਤੇ ਜਾਂਦੀਆਂ ਸਨ, ਬੰਦੇ ਇੱਕ ਪਾਸੇ ਲੰਘ ਕੇ ਪਿੱਛੇ ਰਹਿ ਗਈਆਂ, ਮੈਂ ਰਸਤੇ ਤੋਂ ਭਟਕਾ ਦਿੱਤਾ ਉਹਨਾਂ ਨੂੰ ਤੇ ਮੈਂ ਲੁੱਟ ਲਿਆ। ਆਹ ਕੁਝ ਲੈ ਕੇ ਆਇਆ, ਹੁਣ ਅੱਧਾ ਹਿੱਸਾ ਲਓ। ਪਰ ਗੁਰਮੁਖੋ ਗੁਰਬਾਣੀ ਕਹਿੰਦੀ ਹੈ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਬਾਣੀ ਕਹਿੰਦੀ ਆ, ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਯਾਦ ਰੱਖਣਾ, ਮੁਸਲਮਾਨ ਵਾਸਤੇ ਪਰਾਇਆ ਹੱਕ ਖਾਣਾ ਸੂਰ ਖਾਨ ਦੇ ਬਰਾਬਰ ਜੇ, ਤੇ ਗੁਰਮੁਖੋ ਹਿੰਦੂ ਲਈ ਇਹ ਗਾਂ ਖਾਣ ਦੇ ਬਰਾਬਰ ਜੇ। ਗੁਰੂ ਨਾਨਕ ਸਾਹਿਬ ਕਹਿੰਦੇ, ਕਿਰਤ ਕਮਾਈ ਕਰਕੇ ਖਾ, ਉਹਦੇ ਵਿੱਚ ਪਰਮਾਤਮਾ ਦੀ ਖੁਸ਼ੀ ਮਿਲੇਗੀ, ਪਰ ਜੇ ਲੁੱਟ ਕੇ ਖਾਏਗਾ ਅੰਤ ਵੇਲੇ ਲੇਖਾ ਦੇਣਾ ਪਏਗਾ। ਪਰਮਾਤਮਾ ਨੇ ਬਾਣੀ ਫੜਨੀ ਤੇ ਤੈਨੂੰ ਸਜ਼ਾ ਦਾ ਭਾਗੀਦਾਰ ਬਣਨਾ ਪਏਗਾ। ਸਜ਼ਾ ਤੈਨੂੰ ਜਿਹੜੀ ਹੈ ਉਹ ਭੁਗਤਣੀ ਪਏਗੀ। ਉੱਥੇ ਕਿਹਾ ਸੀ, ਚੋਰ ਦੀ ਹਾਮਾ ਨਹੀਂ ਕਦੇ ਪਰਮਾਤਮਾ ਗੁਰੂ ਪੀਰ ਭਰਦਾ, ਕਿਉਂਕਿ ਚੋਰ ਜਿਹੜਾ ਹੁੰਦਾ ਨਾ ਉਹ ਚੋਰੀ ਦੀ ਆਦਤ ਨਹੀਂ ਛੱਡਦਾ, ਕਿਉਂਕਿ ਚੋਰ ਜਿਹੜਾ ਹੈ ਉਹਨੂੰ ਸੂਲੀ 'ਤੇ ਟੰਗਿਆ ਜਾਂਦਾ ਹੈ, ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ। ਉਸ ਵੇਲੇ ਭਾਈ ਪੁਰਾਣਾ ਜੀ ਨੇ ਜਦੋਂ ਵੇਖਿਆ ਕਿ ਇਹਨੇ ਮੇਰੇ ਅੱਗੇ ਕਿਹੋ ਜਿਹੀ ਅਰਦਾਸ ਕਰ ਦਿੱਤੀ ਤੇ ਲਿਆਇਆ ਕੀ ਲੁੱਟ ਕੇ ਹੈ,
ਉਸ ਵੇਲੇ ਭਾਈ ਸਾਹਿਬ ਜੀ ਨੇ ਬਚਨ ਕਰ ਦਿੱਤਾ, ਕਹਿੰਦੇ ਤੂੰ ਮਹਾ ਪਾਪੀ ਹੈ, ਮਹਾ ਪਾਪੀ, ਤੂੰ ਚੰਗਾ ਨਹੀਂ ਕੀਤਾ, ਤੂੰ ਬੀਬੀਆਂ ਨੂੰ ਲੁੱਟਿਆ ਹੈ, ਉਹਨਾਂ ਦੇ ਗਹਿਣੇ, ਉਹਨਾਂ ਦੇ ਬਸਤਰ ਤੂੰ ਲੁੱਟਿਆ, ਤੂੰ ਚੰਗਾ ਨਹੀਂ ਕੀਤਾ, ਤੂੰ ਮਹਾ ਪਾਪੀ ਹੈ, ਤੈਨੂੰ ਅੰਤ ਵੇਲੇ ਸਜ਼ਾ ਬੜੀ ਸਖਤ ਮਿਲੇਗੀ। ਇਹ ਬੋਲ ਬੋਲੇ। ਕਹਿਣ ਲੱਗੇ ਤੈਨੂੰ ਬਖਸ਼ਿਆ ਨਹੀਂ ਜਾਏਗਾ, ਪਰਮਾਤਮਾ ਨਹੀਂ ਬਖਸ਼ੇਗਾ, ਮਹਾ ਪਾਪੀ ਹੈ, ਜੇ ਭਲਾ ਚਾਹੁਣਾ ਤੇ ਸਾਰਾ ਕੁਝ ਉੱਥੇ ਮੋੜ ਕੇ ਆ, ਵਾਪਸ ਕਰਕੇ ਆ। ਜਦੋਂ ਇਹ ਬੋਲ ਕਹੇ ਨਾ, ਬਾਣੀ ਕਹਿੰਦੀ ਜਲ ਬਸਦਾ, ਜਲ ਬਸਦਾ, ਗਿਰ ਬਸਦਾ, ਜਲ ਪਵਨ ਜਾਹੇ ਗੋ। ਇੱਕ ਸਾਧ ਬਚਨ ਅਟ ਲਾਧਾ, ਕਹਿੰਦੇ ਜਲ, ਪਹਾੜ, ਹਵਾ, ਧਰਤੀ ਇਹ ਨਾਸ ਹੋ ਸਕਦੀਆਂ ਨੇ, ਪਰ ਸਾਧੂ ਜੋ ਮੁਖ ਵਿੱਚੋਂ ਬੋਲ ਬੋਲਦਾ ਨਾ, ਉਹ ਕਦੇ ਵਿਅਰਥਾ ਨਹੀਂ ਜੇ ਜਾ ਸਕਦਾ। ਆਖੋ ਵਾਹਿਗੁਰੂ। ਉਹ ਕਦੇ ਬਿਰਥਾ ਨਹੀਂ ਜਾ ਸਕਦਾ। ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਤੇ ਧੰਨ ਗੁਰੂ ਅਰਜਨ ਦੇਵ ਜੀ ਤਾਂ ਇੱਥੋਂ ਤੱਕ ਕਹਿੰਦੇ ਨੇ, ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਉਹ ਜਿਹੜਾ ਮੁਖ ਤੋਂ ਬੋਲਦੇ ਆ ਨਾ, ਉਹ ਇੱਥੇ ਵੀ ਸੱਚ ਹੁੰਦਾ ਤੇ ਅੱਗੇ ਵੀ ਸੱਚ ਹੁੰਦਾ ਜੇ। ਪਿਆਰਿਓ, ਕਹਿੰਦੇ ਉਸ ਵੇਲੇ ਜਦੋਂ ਬੋਲੇ ਨਾ ਇਹ ਬੋਲ ਵੀ ਤੂੰ ਮਹਾ ਪਾਪੀ ਆ, ਤੈਨੂੰ ਬਖਸ਼ਿਆ ਨਹੀਂ ਜਾਏਗਾ, ਤੈਨੂੰ ਸਜ਼ਾਵਾਂ ਮਿਲਣਗੀਆਂ, ਉਹ ਡਰ ਗਿਆ। ਉਹਨੇ ਚੁੱਕੀ ਪੰਡ ਤੇ ਬੀਬੀਆਂ ਨੂੰ ਜਾ ਕੇ ਕਹਿਣ ਲੱਗਾ, ਜੀ ਮੈਨੂੰ ਮਾਫੀ ਦੇ ਦਿਓ, ਮੇਰੀ ਮੱਤ ਮਾਰੀ ਗਈ ਸੀ, ਮੈਂ ਤੁਹਾਨੂੰ ਲੁੱਟ ਲਿਆ। ਫਿਰ ਗੁਰਮੁਖੋ ਪੈਰੀ ਪੈ ਕੇ ਖਹਿੜਾ ਛਡਵਾਇਆ, ਉਹ ਸਾਰਾ ਕੁਝ ਵਾਪਸ ਕੀਤਾ। ਕਿਉਂਕਿ ਗੁਰਬਾਣੀ ਇੱਕ ਗੱਲ ਕਹਿੰਦੀ ਜੇ ਧਿਆਨ ਨਾਲ ਸੁਣਨਾ, ਗੁਰਬਾਣੀ ਕਹਿੰਦੀ ਬਹੁ ਪਰਪੰਚ ਕਰ ਪਰ ਤਨ ਲਿਆਵੇ, ਸੁਤ ਦਾਰਾ ਪਿਆਨ ਲੁਟਾਵੇ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਕਹਿਣ ਲੱਗੇ ਜਿਹੜਾ ਕੁਝ ਤੂੰ ਲੁੱਟ ਕੇ ਲਿਆਉਣਾ ਨਾ, ਆਪਣੇ ਪਰਿਵਾਰ ਵਾਸਤੇ ਲਿਆਉਣਾ, ਬੜੇ ਪਰਪੰਚ ਕਰਕੇ, ਬੜੇ ਉਦਮ ਕਰਕੇ ਲਿਆਉਣਾ। ਬਹੁ ਪਰਪੰਚ ਕਰ ਪਰ ਤਨ ਲਿਆਵੇ, ਪਰਾਇਆ ਧਨ ਤੂੰ ਲੁੱਟ ਕੇ ਲਿਆਉਣਾ ਹੈ ਕਿ ਮੈਂ ਪੁੱਤਰਾਂ ਨੂੰ ਦੇਣਾ ਹੈ, ਮੈਂ ਪੋਤਿਆਂ ਨੂੰ ਦੇਣਾ ਹੈ, ਮੈਂ ਘਰ ਦਾ ਗੁਜ਼ਾਰਾ ਕਰਨਾ ਹੈ। ਯਾਦ ਰੱਖੀ, ਅੰਤ ਵੇਲੇ ਤੇਰੀ ਜਿੰਦ ਤੋਂ ਇਹ ਹਿਸਾਬ ਕਿਤਾਬ ਲਿਆ ਜਾਏਗਾ। ਆਖੋ ਵਾਹਿਗੁਰੂ। ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਛਿਨ ਛਿਨ ਤਨ ਸੀਜੈ ਜਰਾ ਜਨਾਵੈ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੈ। ਫਿਰ ਯਾਦ ਰੱਖੀ, ਚੋਰੀ ਕਰਨ ਵਾਲਿਆ, ਲੁੱਟਣ ਵਾਲਿਆ, ਪਰਾਇਆ ਹੱਕ ਖਾਣ ਵਾਲਿਆ, 2 ਨੰਬਰ ਦਾ ਪੈਸਾ ਖਾਣ ਵਾਲਿਆ, 2 ਨੰਬਰ ਦੀ ਕਮਾਈ ਕਰਨ ਵਾਲਿਆ, ਜਦੋਂ ਤੇਰੀ ਜਾਨ ਨਿਕਲੇਗੀ ਉਦੋਂ ਤੇਰੇ ਓਕ ਵਿੱਚ ਕਿਸੇ ਨੇ ਪਾਣੀ ਦਾ ਘੁੱਟ ਨਹੀਂ ਪਾਉਣਾ। ਉਦੋਂ ਤੇਰੇ ਓਕ ਵਿੱਚ ਤੇਰੇ ਕਿਸੇ ਨੇ ਪਾਣੀ ਦਾ ਘੁੱਟ ਨਹੀਂ ਪਾਉਣਾ। ਪੁੱਤਾਂ ਨੂੰ ਆਵਾਜ਼ਾਂ ਮਾਰੇਗਾ, ਪੁੱਤਾਂ ਨੇ ਨਹੀਂ ਪਾਉਣਾ। ਪੋਤਰਿਆਂ ਨੂੰ ਆਵਾਜ਼ਾਂ ਮਾਰੇਗਾ, ਪੋਤਰਿਆਂ ਨੇ ਨਹੀਂ ਪਾਉਣਾ। ਧੀਆਂ ਨੂੰ ਆਵਾਜ਼ਾਂ ਮਾਰੇਗਾ, ਧੀਆਂ ਨੇ ਨਹੀਂ ਪਾਉਣਾ। ਯਾਦ ਰੱਖੀ, ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁਤ ਦਾਰਾ ਪਿਆਨ ਲੁਟਾਵੈ। ਮਨ ਮੇਰੇ ਭੂਲੇ ਕਪਟ ਨਾ ਕੀਜੇ, ਅੰਤ ਨਵੇਰਾ ਤੇਰੇ ਜੀ ਪੈ ਲੀਜੇ। ਗੁਰੂ ਨਾਨਕ ਦਾ ਘਰ ਜਿਹੜਾ ਨਾ, ਉਹ ਕਹਿੰਦਾ ਜੇ ਤੈਨੂੰ ਸਾਹ ਮਿਲੇ ਆ, ਹੱਕ ਦੀ ਕਰ, ਹੱਕ ਦੀ ਖਾ, ਤੇ ਜੋ ਕਰੇਗਾ ਬਾਬਾ ਨਾਨਕ ਵੀ ਉਹ ਪ੍ਰਵਾਨ ਕਰੇਗਾ। ਏਮਨਾਬਾਦ ਦੀ ਧਰਤੀ ਤੋਂ ਗੁਰੂ ਨਾਨਕ ਪਾਤਸ਼ਾਹ ਪਹਿਲੀ ਉਦਾਸੀ ਆਰੰਭ ਕਰਦੇ ਆ। ਤੇ ਗੁਰਮੁਖੋ ਮਲਕ ਭਾਗੋ ਵੀ ਇਸੇ ਨਗਰ ਦਾ ਵਾਸਨੀਕ ਹੈ, ਭਾਈ ਲਾਲੋ ਵੀ ਇਸੇ ਨਗਰ ਦਾ ਵਾਸਨੀਕ ਹੈ। ਤੇ ਮਲਕ ਭਾਗੋ ਭੇਜਦਾ ਆਪਣੇ ਬੰਦੇ, ਉਹ ਕਹਿੰਦਾ ਜਾਓ ਨਾਨਕ ਨੂੰ ਕਹੋ ਵੀ ਪੂੜੀਆਂ ਬਣੀਆਂ ਨੇ ਆਣ ਕੇ ਖਾਵੇ, 36 ਪ੍ਰਕਾਰ ਦਾ ਭੋਜਨ ਖਾਵੇ। ਗੁਰੂ ਨਾਨਕ ਸਾਹਿਬ ਸਾਫ਼ ਨਾ ਕਰਦੇ ਨੇ, ਕਹਿੰਦੇ ਮੈਂ ਖੂਨ ਪੀਣ ਦਾ ਆਦੀ ਨਹੀਂ ਆ। ਕਹਿਣ ਲੱਗੇ ਮੈਂ ਖੂਨ ਪੀਣ ਦਾ ਆਦੀ ਨਹੀਂ ਆ। ਉਸ ਵੇਲੇ ਭਾਈ ਲਾਲੋ, ਉਹਦੇ ਘਰ ਵਿੱਚ ਕੋਧਰੇ ਦੇ ਪ੍ਰਸ਼ਾਦੇ ਨੇ ਸੁੱਕੇ ਕਈ ਦਿਨਾਂ ਦੇ। ਉੱਥੇ ਕਹਿੰਦੇ ਨੇ ਲਿਆਵੇ ਲਾਲੋ, ਭੁੱਖ ਲੱਗੀ ਆ,
ਲਾਲੋ ਲਿਆਉਂਦਾ ਹੈ ਕੋਧਰੇ ਦੇ ਪ੍ਰਸ਼ਾਦੇ। ਗੁਰੂ ਨਾਨਕ ਸਾਹਿਬ ਹੱਥ 'ਤੇ ਰੱਖਦੇ ਆ, ਜੋ ਕੁਝ ਖਾਣ ਨੂੰ ਮਿਲਦਾ ਬਾਬਾ ਨਾਨਕ ਛਕਦਾ ਹੈ ਅਤੇ ਛਕ ਕੇ ਮੁਸਕਰਾ ਕੇ ਕਹਿੰਦੇ ਨੇ, ਭਾਈ ਲਾਲੋ ਤੇਰਾ ਪ੍ਰਸ਼ਾਦਾ ਤਾਂ ਅੰਮ੍ਰਿਤ ਵਰਗਾ ਹੈ। ਕਹਿੰਦੇ ਤੇਰਾ ਪ੍ਰਸ਼ਾਦਾ ਤਾਂ ਅੰਮ੍ਰਿਤ ਵਰਗਾ ਹੈ, ਤੇਰੇ ਘਰ ਦਾ ਪ੍ਰਸ਼ਾਦਾ ਛਕ ਕੇ ਤਾਂ ਰੱਬ ਦੀ ਯਾਦ ਆਏਗੀ, ਪਰ ਯਾਦ ਰੱਖਣਾ ਮਲਕ ਭਾਗੋ ਦਾ ਖਾ ਕੇ ਤਾਂ ਰੱਬ ਭੁੱਲੇਗਾ। ਆਖੋ ਵਾਹਿਗੁਰੂ। ਕਿਉਂਕਿ ਹੱਕ ਦੀ ਖਾ ਕੇ ਰੱਬ ਚੇਤੇ ਆਏਗਾ, ਅਤੇ ਯਾਦ ਰੱਖਣਾ ਲੋਕਾਂ ਦਾ ਖੂਨ ਪੀ ਕੇ ਰੱਬ ਨਹੀਂ ਚੇਤੇ ਆਏਗਾ। ਰੱਬ ਵਿਸਰੇਗਾ, ਰੱਬ ਨੂੰ ਪ੍ਰਵਾਨ ਨਹੀਂ, ਉਹ ਪ੍ਰਵਾਨ ਨਹੀਂ ਕਰਦਾ ਇਹਨਾਂ ਚੀਜ਼ਾਂ ਨੂੰ। ਇੱਥੇ ਗੁਰਮੁਖੋ ਲੁਟੇਰਿਆਂ ਨੂੰ ਪ੍ਰਵਾਨ ਨਹੀਂ ਕੀਤਾ, ਉਹਨਾਂ ਨੂੰ ਪ੍ਰਵਾਨ ਕੀਤਾ ਜਿਹੜੇ ਹੱਕ ਦੀ ਖਾਂਦੇ। ਪਰ ਇੰਨਾ ਜ਼ਰੂਰ ਆ, ਜੇ ਲਟੇਰੀਆਂ ਕਰਦੇ ਨੇ, ਮਾੜਾ ਧਾੜਾ ਕਰਦੇ ਨੇ, ਜੇ ਸ਼ਰਨ ਵਿੱਚ ਆਏ ਤਾਂ ਉਹਨਾਂ ਨੂੰ ਆਪਣੇ ਬਣਾ ਲਿਆ, ਆਪਣੇ ਬਣਾ ਲਿਆ। ਕਹਿੰਦੇ ਨੇ ਫਿਰ ਵਾਪਸ ਆਇਆ ਭਾਈ ਲੱਖੂ, ਆਣ ਕੇ ਬੇਨਤੀ ਕੀਤੀ ਭਾਈ ਪੁਰਾਣੇ ਨੂੰ, ਕਹਿਣ ਲੱਗਾ ਜੀ ਮੈਨੂੰ ਆਪਣਾ ਬਣਾ ਲਓ। ਅਤੇ ਉੱਥੇ ਭਾਈ ਪੁਰਾਣੇ ਨੇ ਕਿਹਾ ਸੀ, ਇਹ ਜਿਹੜਾ ਸਰੀਰ ਮਿਲਿਆ ਨਾ, ਇਹ ਰੱਬ ਦੀ ਬੰਦਗੀ ਕਰਨ ਵਾਸਤੇ ਮਿਲਿਆ, ਮੌਤ ਪਤਾ ਨਹੀਂ ਕਦੋਂ ਆ ਜਾਣੀ। ਯਾਦ ਰੱਖੀ, ਜੇ ਠੱਗੀਆਂ ਠੋਰੀਆਂ ਕਰਦਾ ਮਰ ਗਿਆ ਤੇ ਅੱਗੇ ਲੇਖਾ ਦੇਣਾ ਪਏਗਾ। ਇਹ ਸਰੀਰ ਨੂੰ ਸਾਂਭ ਲਾ, ਇਹ ਸਵਾਸਾਂ ਨੂੰ ਸਫਲੇ ਕਰ ਲਾ, ਜਿਹੜੇ ਚਲੇ ਗਏ ਚਲੇ ਗਏ। ਹੁਣ ਅੱਗੇ ਵਾਸਤੇ ਸਮਝ ਜਾ, ਚੋਰੀ ਨਾ ਕਰੀ, ਮਾੜ ਧਾੜ ਨਾ ਕਰੀ, ਅੱਗੇ ਤੋਂ ਜੀਵਨ ਬਤੀਤ ਕਰ ਭਲਾ ਕਰਕੇ, ਸਿਮਰਨ ਕਰਕੇ, ਨਾਮ ਲੈ ਕੇ ਰੱਬ ਦਾ। ਇਹ ਮੌਤ ਜਿਹੜੀ ਆ ਲਿਹਾਜ਼ ਨਹੀਂ ਕਰਦੀ, ਨੇ ਪਤਾ ਨਹੀਂ ਕਦੋਂ ਆ ਜਾਣਾ। ਉੱਥੇ ਕਹਿਣ ਲੱਗਾ ਹੱਥ ਜੋੜ ਕੇ, ਜੀ ਮੈਨੂੰ ਨਾਮ ਦਿਓ, ਸਿੱਖ ਬਣਾ ਲਓ ਆਪਣਾ। ਅਤੇ ਭਾਈ ਪੁਰਾਣੇ ਨੇ ਕਿਹਾ ਸੀ, ਭਾਈ ਮੈਂ ਤਾਂ ਆਪ ਗੁਰੂ ਅਰਜਨ ਦੇਵ ਦਾ ਸਿੱਖ ਹਾਂ। ਸਿੱਖ ਬਣਾਉਣਗੇ ਤੈਨੂੰ ਗੁਰੂ ਅਰਜਨ ਦੇਵ। ਪੁੱਛਿਆ ਸੀ ਗੁਰੂ ਕਿੱਥੇ ਹੈ? ਕਹਿਣ ਲੱਗੇ ਆ ਮੈਂ ਤੈਨੂੰ ਗੁਰੂ ਨੂੰ ਮਿਲਾਉਣਾ ਵਾ। ਫਿਰ ਧੰਨ ਗੁਰੂ ਅਰਜਨ ਦੇਵ ਜੀ ਦੇ ਕੋਲ ਲੈ ਕੇ ਗਏ। ਗੁਰਮੁਖੋ ਧੰਨ ਗੁਰੂ ਅਰਜਨ ਦੇਵ ਜੀ ਦੇ ਕੋਲ ਭਾਈ ਲੱਖੂ ਨੂੰ ਉੱਥੇ ਸਤਿਗੁਰਾਂ ਨੇ ਪੁੱਛਿਆ ਸੀ ਕੀ ਕਰਦਾ ਹੁੰਦਾ ਹੈ? ਕਹਿਣ ਲੱਗਾ ਜੀ ਕਰਨਾ ਕੀ, ਬਸ ਲੋਕਾਂ ਨੂੰ ਲੁੱਟਦਾ ਵਾਂ, ਧਾੜਵੀ ਹਾਂ। ਲੋਕਾਂ ਨੇ ਨਾਂ ਪਾ ਦਿੱਤਾ ਲੱਖੂ ਧਾੜਵੀ। ਲੋਕ ਤਾਂ ਡਰਦੇ ਨੇ ਆ ਬੀਆਬਾਨ ਵਿੱਚੋਂ ਲੰਘਣ ਤੋਂ, ਕਿਤੇ ਲੱਖੂ ਧਾੜਵੀ ਨਾ ਮਿਲ ਜਾਏ। ਮੇਰੇ ਨਾਂ ਤੋਂ ਲੋਕ ਡਰਦੇ ਨੇ, ਕਿਤੇ ਉਹ ਨਾ ਮਿਲ ਜਾਏ ਰਸਤੇ ਦੇ ਵਿੱਚ। ਸਤਿਗੁਰੂ ਕਹਿੰਦੇ ਫਿਰ ਚੰਗਾ ਕੰਮ ਨਹੀਂ ਕਰਦਾ ਤੂੰ, ਤੈਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ, ਰੱਬ ਨੇ ਤੈਨੂੰ ਜਨਮ ਦਿੱਤਾ ਮਨੁੱਖਾ, ਸਿਮਰਨ ਭਜਨ ਕਰ ਲਈ ਤੇ ਚੋਰੀਆਂ ਦੇ ਵਿੱਚ ਹੀ ਗੁਜ਼ਾਰ ਦਿੱਤਾ ਹੈ, ਚੋਰੀਆਂ ਦੇ ਵਿੱਚ ਹੀ ਇਹਨੂੰ ਅਜਾਈ ਗਵਾ ਰਿਹਾ। ਉੱਥੇ ਕਿਹਾ ਸੀ ਭਲਿਆ ਜੇ ਲੁੱਟਣਾ ਤੇ ਇੱਕ ਕੰਮ ਕਰ, ਲੁੱਟਣ ਦਾ ਵੀ ਤਰੀਕਾ ਤੈਨੂੰ ਦੱਸ ਦੇਣਾ ਕੀ ਲੁੱਟਣਾ। ਜੇ ਤੂੰ ਧਾੜਵੀ ਬਣਨਾ, ਇਹੋ ਜਿਹਾ ਧਾੜਵੀ ਬਣ ਤੈਨੂੰ ਦੁਨੀਆ ਚੇਤੇ ਕਰੇ। ਉੱਥੇ ਹੱਥ ਜੋੜ ਕੇ ਕਿਹਾ ਸੀ ਦਾਤਾ ਬਖਸ਼ ਦੇ। ਫਿਰ ਦਾਤੇ ਨੇ ਕਿਹਾ ਸੀ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ, ਕਹਿਣ ਲੱਗੇ ਮੇਰੀ ਗੱਲ ਸੁਣ ਲੱਖੂ ਧਾੜਵੀ, ਮੈਂ ਤੈਨੂੰ ਬਣਾਉਣਾ ਇਹੋ ਜਿਹਾ ਚੋਰ ਦੁਨੀਆ ਯਾਦ ਕਰੇ ਦੀ। ਉੱਥੇ ਕਿਹਾ ਸੀ ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਓਗੇ ਜਬ ਪ੍ਰਾਣ ਜਾਏਂਗੇ ਛੂਟ। ਉੱਥੇ ਭਗਤ ਕਬੀਰ ਸਾਹਿਬ ਦਾ ਸ਼ਬਦ ਸੁਣਾਇਆ। ਕਹਿਣ ਲੱਗੇ ਕਬੀਰ ਸਾਹਿਬ ਕਹਿੰਦੇ ਜੇ ਲੁੱਟਣਾ ਤੇ ਰਾਮ ਦਾ ਨਾਮ ਲੁੱਟ। ਆਖੋ ਵਾਹਿਗੁਰੂ। ਧਨ ਨਾ ਲੁੱਟ, ਲੋਕਾਂ ਦੇ ਬਸਤਰ ਨਾ ਲੁੱਟ, ਲੋਕਾਂ ਦੀ ਕਮਾਈ ਨਾ ਲੁੱਟ। ਕਹਿਣ ਲੱਗੇ ਜੇ ਲੁੱਟਣਾ ਤੇ ਰੱਬ ਦਾ ਨਾਮ ਲੁੱਟ ਲਾ, ਉਹਨੂੰ ਇਕੱਠਿਆਂ ਕਰ ਲਾ, ਸੰਚ ਲਾ, ਅੰਤ ਵੇਲੇ ਨਾਮ ਤੇਰੇ ਨਾਲ ਚਲੇਗਾ। ਜੇ ਕਿਤੇ ਤੂੰ ਅੰਤ ਵੇਲੇ ਮੁਸੀਬਤ ਵਿੱਚ ਹੋਇਆ, ਯਾਦ ਰੱਖੀ ਜਿੱਥੇ ਪਾਣੀ ਨਹੀਂ ਉੱਥੇ ਅੰਮ੍ਰਿਤ ਤੈਨੂੰ ਸਾਥ ਦੇਗਾ, ਨਾਮ ਸਾਥ ਦੇਗਾ। ਜਿੱਥੇ ਤੇਲ ਲੱਗੇਗੀ ਉੱਥੇ ਨਾਮ ਸਾਥ ਦੇਗਾ, ਜਿੱਥੇ ਤੈਨੂੰ ਧੁੱਪ ਲੱਗੇਗੀ ਉੱਥੇ ਛਤੜੀ ਵਾਂਗੂ ਤੇਰੇ ਤੇ ਤਣ ਜਾਏਗਾ, ਜਮਾਂ ਦੀ ਮਾਰ ਤੋਂ ਤੈਨੂੰ ਬਚਾ ਲਏਗਾ। ਯਾਦ ਰੱਖਣਾ ਨਾਮ ਜਿਹੜਾ ਅੰਤ ਵੇਲੇ ਸਾਥ ਦਿੰਦਾ ਜੇ, ਪਰਿਵਾਰ ਇੱਥੋਂ ਤੱਕ ਹੀ ਨਿਭਦਾ ਜੇ, ਕੁਟੁੰਬ ਇੱਥੋਂ ਤੱਕ ਹੀ। ਉਹ ਤਾਂ ਬਸ ਸਿਵਿਆਂ 'ਚ ਸੰਸਕਾਰ ਕਰ ਦਿੱਤਾ, ਅੱਗੇ ਕੋਈ ਨਹੀਂ ਜਾਂਦਾ। ਅੱਗੇ ਤਾਂ ਬਸ ਬੰਦੇ ਦੀ ਜਿੰਦ ਜਾਂਦੀ ਹੈ, ਸੰਸਕਾਰ ਕਰਕੇ ਪਰਿਵਾਰ ਵਾਪਸ ਆ ਜਾਂਦਾ।
ਬੰਦੇ ਦੇ ਤਿੰਨ ਮਿੱਤਰ ਮੰਨੇ ਨੇ। ਇੱਕ ਗੁਰਮੁਖੋ ਬੰਦੇ ਦਾ ਮਿੱਤਰ ਹੈ ਧਨ, ਦੂਸਰਾ ਹੈ ਪਰਿਵਾਰ ਤੇ ਤੀਸਰਾ ਕਰਮ ਹੈ। ਯਾਦ ਰੱਖਣਾ, ਜਿੰਨਾ ਚਿਰ ਬੰਦੇ 'ਚ ਸਾਹ ਨੇ ਤੇ ਧਨ ਬੰਦੇ ਕੋਲ ਆ, ਪਰ ਜਿੱਦਣ ਸਾਹ ਮੁੱਕੇ ਤੇ ਧਨ ਤੇ ਵੰਡੀਆਂ ਪੈ ਗਈਆਂ। ਫਿਰ ਪਰਿਵਾਰ ਕਹਿੰਦਾ ਧਨ ਵੰਡ ਲਓ। ਬਾਣੀ ਕਹਿੰਦੀ ਹੈ ਖਸਮ ਮਰੇ ਤੋਂ ਨਾਰ ਨਾ ਰੋਵੇ, ਉਸ ਰਖਵਾਰਾ ਔਰੋ ਹੋਵੇ। ਕਹਿਣ ਲੱਗੇ ਜੇ ਮਾਇਆ ਦਾ ਪਤੀ ਮਾਇਆ ਨੂੰ ਸਾਂਭਣ ਵਾਲਾ ਮਰ ਜਾਏ, ਕਦੇ ਮਾਇਆ ਨਹੀਂ ਰੋਂਦੀ, ਕਿਉਂਕਿ ਮਾਇਆ ਨੂੰ ਸਾਂਭਣ ਵਾਲੇ ਪਹਿਲਾਂ ਹੀ ਬੜੇ ਬੈਠੇ ਆ, ਲੈਣਾ ਬੰਨ੍ਹ ਕੇ ਬੈਠੇ ਆ। ਇਹ ਮਰੇ ਤਾਂ ਸਹੀ ਅਸੀਂ ਸਾਂਭ ਲਵਾਂਗੇ। ਕਹਿਣ ਲੱਗੇ ਮਾਇਆ ਨੂੰ ਸਾਂਭਣ ਲਈ ਉਹ ਕਦੇ ਨਹੀਂ ਰੋਂਦੀ। ਯਾਦ ਰੱਖਣਾ, ਸਾਂਭਣ ਵਾਲੇ ਦਾ ਜਦੋਂ ਵਿਨਾਸ਼ ਹੁੰਦਾ ਤੇ ਅੰਤ ਵੇਲੇ ਗੁਰਮੁਖੋ ਨਰਕਾਂ ਦੇ ਵਿੱਚ ਪੈਣਾ ਪੈਂਦਾ ਹੈ, ਸੱਪ ਦੀ ਜੂਨ ਵਿੱਚ ਪੈਣਾ ਪੈਂਦਾ ਹੈ। ਯਾਦ ਰੱਖਣਾ, ਉੱਥੇ ਕਹਿਣ ਲੱਗੇ ਉਹਨੇ ਸਾਥ ਨਹੀਂ ਦੇਣਾ, ਉਹ ਤੇ ਜਿੰਨਾ ਚਿਰ ਸਾਹ ਉਨਾ ਚਿਰ ਹੈ, ਸਾਹ ਤੋਂ ਬਾਅਦ ਪਰਿਵਾਰ ਸਾਂਭ ਲਏਗਾ। ਤੇ ਪਰਿਵਾਰ ਕਿੰਨਾ ਚਿਰ ਨਿਭਦਾ ਜੇ? ਜਿੰਨਾ ਚਿਰ ਬੰਦੇ ਨੂੰ ਘਰੇ ਪਾਇਆ। ਸਾਹ ਮੁੱਕ ਗਏ, ਮੰਜੇ ਤੇ ਪਾਇਆ ਬੰਦੇ ਨੂੰ, ਲਾਗੇ ਬੈਠਾ ਪਰਿਵਾਰ ਤੇ ਕੂਕਾਂ ਪਿਆ ਮਾਰਦਾ ਹੈ, ਰੋਂਦਾ ਹੈ। ਪਰ ਕਹਿੰਦੇ ਪਰਿਵਾਰ ਦੇ ਜੀ ਉਹਨਾਂ ਚਿਰ ਨੇ ਜਿੰਨਾ ਚਿਰ ਬੰਦੇ ਦਾ ਸੰਸਕਾਰ ਨਹੀਂ ਹੁੰਦਾ। ਤੇ ਜਦੋਂ ਬੰਦਾ ਚੜ੍ਹਾਈ ਕਰਦਾ ਨਾ, ਰਿਸ਼ਤੇਦਾਰੀਆਂ ਦੇ ਵਿੱਚ ਫੋਨ ਘੁਮਾ ਦਿੱਤਾ ਜਾਂਦਾ ਹੈ ਤੇ ਰਿਸ਼ਤੇਦਾਰ ਇੱਕੇ ਦਮ ਪੁੱਛਦੇ ਨੇ, ਯਕਦਮ ਪੁੱਛਦੇ ਨੇ, ਕਹਿੰਦੇ ਵੀ ਫਲਾਣੇ ਦਾ ਸੰਸਕਾਰ ਕਦੋਂ ਹੋਏਗਾ, ਸੰਸਕਾਰ ਕਿੰਨੇ ਵਜੇ ਕਰਨਾ ਜੀ? ਕਹਿਣ ਲੱਗੇ ਜਲਦੀ ਆਓ, ਸੰਸਕਾਰ ਦੀ ਤਿਆਰੀ ਆ। ਬਾਣੀ ਵੀ ਕਹਿੰਦੀ ਤੈਨੂੰ ਇੱਕ ਘੜੀ ਵੀ ਘਰੇ ਨਹੀਂ ਰੱਖਣਾ। ਯਾਦ ਰੱਖਣਾ, ਇੱਕ ਘੜੀ ਵੀ ਤੈਨੂੰ ਘਰੇ ਨਹੀਂ ਰੱਖਣਾ, ਕੱਢ ਦੇਣਗੇ ਘਰੋਂ, ਤੈਨੂੰ ਕੱਢ ਦੇਣਗੇ। ਬਸ ਲੇਖੇ ਲਾ ਲਿਓ, ਸਾਂਭ ਦਿਓ ਬੰਦੇ ਨੂੰ। ਕਹਿੰਦੇ ਕਾਢੋ ਹੀ, ਬਸ ਕੱਢ ਦੇਣਾ ਤੈਨੂੰ। ਫਿਰ ਗੁਰਮੁਖੋ ਜਦੋਂ ਬੰਦੇ ਨੂੰ ਨਵਾਇਆ ਜਾਂਦਾ ਹੈ, ਬੰਦੇ ਨੇ ਆਪਣੀ ਜ਼ਿੰਦਗੀ ਵਿੱਚ ਨਾ ਬੜੇ ਮਹਿੰਗੇ ਕੱਪੜੇ ਬਣਾਏ, ਬੜੇ ਮਹਿੰਗਾ ਕੱਪੜਾ ਖਰੀਦ ਕੇ ਉਹਦੇ ਪੋਸ਼ਾਕੇ ਤਨ 'ਤੇ ਬਣਾਏ ਨੇ, ਬਸਤਰ ਪਏ ਨੇ। ਪਰ ਗੁਰਮੁਖੋ ਉਹ ਲੰਬਾਰੀਆਂ ਵਿੱਚ ਪਏ ਰਹਿ ਜਾਂਦੇ ਨੇ। ਕੋਈ ਇਹ ਨਹੀਂ ਕਹਿੰਦਾ ਵੀ ਇਹਦਾ ਬੜਾ ਮਹਿੰਗਾ ਕੱਪੜਾ ਜਿਹੜਾ ਨੇ ਖਰੀਦ ਕੇ ਸੂਟ ਬਣਾਇਆ ਉਹ ਤਨ 'ਤੇ ਪਾ ਦਿਓ। ਉੱਥੇ ਤਾਂ ਗੁਰਮੁਖੋ ਸਿਰਫ 5 ਮੀਟਰ ਦਾ ਜਿਹੜਾ ਖੱਫਣ ਹੋਣਾ, ਕੱਪੜਾ ਹੋਣਾ ਅਣਸੀਤਾ, ਉਹ ਗੁਰਮੁਖੋ ਲਿਆਣ ਕੇ ਸਸਤਾ ਜਿਹਾ ਉਹ ਤਨ 'ਤੇ ਬਲੇਟ ਦੇਣਾ ਹੈ, ਖੱਫਣ ਪਾ ਦੇਣਾ। ਯਾਦ ਰੱਖੀ, ਮਹਿੰਗੇ ਪਸਤਰ ਤੇਰੇ ਲੰਬਾਰੀਆਂ 'ਚ ਪਏ ਰਹਿ ਜਾਣਗੇ, ਕਿਸੇ ਨੇ ਤੈਨੂੰ ਕੱਢ ਕੇ ਨਹੀਂ ਪਾਉਣਾ, ਤੇਰੇ ਤਨ 'ਤੇ ਨਹੀਂ ਪਾਉਣਾ, ਨਾਲ ਨਹੀਂ ਦੇਣੇ ਤੁਰਨ ਲੱਗਿਆ। ਘਰ ਵਿੱਚ ਗੱਡੀਆਂ ਖੜੀਆਂ ਨੇ, ਸਾਰੀ ਜ਼ਿੰਦਗੀ ਕਮਾਈ ਕੀਤੀ ਤੇ ਮਹਿੰਗੀਆਂ ਗੱਡੀਆਂ ਖੜੀਆਂ ਨੇ, ਪਰ ਯਾਦ ਰੱਖਣਾ ਕਿਸੇ ਨੇ ਨਹੀਂ ਕਹਿਣਾ ਵੀ ਇਹਨੂੰ ਗੱਡੀ 'ਤੇ ਲੈ ਕੇ ਜਾਓ ਸਿਵਿਆਂ ਤੱਕ। ਆਖੋ ਵਾਹਿਗੁਰੂ। ਕੋਈ ਨਹੀਂ ਕਹਿੰਦਾ ਵੀ ਗੱਡੀ 'ਤੇ ਲੈ ਕੇ ਜਾਓ ਸਿਵਿਆਂ ਤੱਕ। ਉੱਥੇ ਦਾ ਗੁਰਮੁਖੋ ਜਿੱਥੇ ਸਾਰੇ ਜਾਂਦੇ ਨੇ ਨਾ, ਉਹ ਫੱਟੇ 'ਤੇ ਰੱਖ ਕੇ ਮੋਢਿਆਂ 'ਤੇ ਚਾਰਾਂ ਜਣਾਂ ਨੇ ਚੁੱਕ ਕੇ ਲੈ ਜਾਣਾ। ਭਾਵੇਂ ਕੋਈ ਧਨਵਾਨ ਮਰਦਾ ਹੈ, ਭਾਵੇਂ ਕੋਈ ਗੁਰਮੁਖੋ ਵੱਡਾ ਬੰਦਾ, ਭਾਵੇਂ ਗਰੀਬ, ਸਾਰਿਆਂ ਨੇ ਇੱਕੇ ਰਸਤੇ ਜਾਣਾ ਜੇ, ਇੱਕੀ ਥਾਂ 'ਤੇ ਜਾਣਾ ਜੇ। ਕੋਈ ਨਹੀਂ ਕਹਿੰਦਾ ਵੱਡਾ ਇਹਦਾ ਵੱਖਰਾ ਸੰਸਕਾਰ ਕਰੋ। ਉੱਥੇ ਹੀ ਗੁਰਮੁਖੋ ਰੰਕ ਛੱਡਦਾ ਤੇ ਉੱਥੇ ਹੀ ਗਰੀਬ ਤੇ ਉੱਥੇ ਹੀ ਰਾਜਾ ਛੱਡਦਾ ਜੀ। ਕਾਹਦੀ ਮੇਰੀ ਕਰਨੀ ਹੈ? ਇੱਕੇ ਥਾਂ 'ਤੇ ਅਸੀਂ ਜ਼ਮੀਨਾਂ ਦੇ ਟੁਕੜਿਆਂ ਖਾਰਨ ਇੱਕ ਦੂਜੇ ਦਾ ਸਿਰ ਪਾੜ ਦਿੰਦੇ ਹਾਂ। ਅਸੀਂ ਗੁਰਮੁਖੋ ਜ਼ਮੀਨਾਂ ਵਾਸਤੇ ਝਗੜਾ ਕਰਦੇ ਹਾਂ। ਪਰ ਯਾਦ ਰੱਖਣਾ, ਬਾਬਾ ਫਰੀਦ ਸਾਹਿਬ ਕਹਿੰਦੇ ਨੇ ਤਨ ਦਾ ਦੇਖ ਢਾਂਚਾ ਤੇਰਾ। ਉਹ ਕਹਿੰਦੇ ਨੇ ਘਣੀ ਤਾਂ 4.25 3.5 ਹੱਥ ਜਗ੍ਹਾ ਤੈਨੂੰ ਵਾਹੇਗੀ, ਤੇ ਯਾਦ ਰੱਖੀ ਫਿਰ ਓਨੀ ਜਗ੍ਹਾ ਤੈਨੂੰ ਇਕੱਲੇ ਨੂੰ ਨਸੀਬ ਨਹੀਂ ਹੋਣੀ। ਉੱਥੇ ਹੀ ਜਾਣਾ ਜਿੱਥੇ ਸਾਰਿਆਂ ਨੇ ਜਾਣਾ। ਇਹ 3.5 ਮਣ ਦੀ ਦੇਹੀ ਜਿਹੜੀ ਹੈ, ਆਣੀ ਪਾਣੀ ਦੇ ਨਾਲ, ਅੰਨ ਦੇ ਨਾਲ ਚੱਲਦੀ ਹੈ। ਫੱਟੇ 'ਤੇ ਰੱਖ ਕੇ ਤੁਰ ਪਏ, ਕੋਈ ਗੱਡੀ ਨਹੀਂ, ਕੋਈ ਕਾਰ ਨਹੀਂ, ਬਸ ਸਾਂਝੀ ਜਗ੍ਹਾ 'ਤੇ ਜਾ ਕੇ ਲਾਂਬੂ ਲਾ ਦੇਣਾ, ਲੱਕੜਾਂ ਦੇ ਵਿੱਚ ਚਿਣ ਕੇ ਲਾਂਬੂ ਲਾ ਦੇਣਾ, ਤੇ ਅੱਗੇ ਬਸ ਜਿੰਦ ਜਾਂਦੀ ਹੈ, ਸਾਰੇ ਪਿੱਛੇ ਆ ਜਾਂਦੇ ਨੇ, ਪਰਤ ਕੇ ਮੁੜ ਆਉਂਦੇ ਨੇ। 4 ਤੀਲੇ ਸੁੱਟ ਕੇ ਕਹਿ ਦੇਣਾ ਜਿੱਤਰ ਆਇਆ ਤਿੱਤਰ ਗਛ ਸੀ, ਜਿੱਧਰੋਂ ਆਇਆ ਸੀ ਉੱਧਰ ਚਲਾ ਜਾ, ਅਸੀਂ ਤੇਰੇ ਕੁਝ ਨਹੀਂ ਲੱਗਦੇ ਤੇ ਤੂੰ ਸਾਡਾ ਕੁਝ ਨਹੀਂ ਲੱਗਦਾ। ਜਦੋਂ ਬੰਦੇ ਦੀਆਂ ਅਸਥੀਆਂ ਇਕੱਠੀਆਂ ਕਰਦੇ ਆ, 3.5 ਮਣ ਦੀ ਦੇਹੀ ਜਿਹਨੂੰ 4 ਜਾਣੇ ਚੁੱਕ ਕੇ ਲੈ ਕੇ ਜਾਂਦੇ ਆ, ਉਹ ਦੇਖ ਬੰਦੇ ਆਪਣੇ ਤਨ ਦਾ ਵਜੂਦ, ਉਦੋਂ ਨਿੱਕੀ ਜੀ ਪੋਟਲੀ ਵਿੱਚ 4 ਹੱਡੀਆਂ ਬੰਦੇ ਦੀਆਂ ਘਰ ਲੈ ਆਉਂਦੇ ਆ। ਇਹ ਬੰਦੇ ਦਾ ਵਜੂਦ ਆ। ਉਹਨੂੰ ਗੰਗਾ ਵਿੱਚ
ਉਹਨੂੰ ਵੜਦੇ ਪਾਣੀ ਵਿੱਚ ਵਹਿੰਦੇ ਪਾਣੀ ਵਿੱਚ ਕਿੱਥੇ ਵੀ ਪ੍ਰਵਾਹ ਕਰ ਦਿੱਤਾ ਜਾਂਦਾ ਹੈ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਚੋਆ ਚੰਦਨ, ਕਬੀਰ ਸਾਹਿਬ ਕਹਿੰਦੇ ਨੇ ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲੇ ਕਾਠ ਕੇ ਸੰਗਾ। ਯਾਦ ਰੱਖੀ ਜਿੰਨਾ ਮਰਜ਼ੀ ਅਤੇ ਚੰਦਨ ਘਸਾਲਾ, ਇੱਕ ਦਿਨ ਤੇ ਸੜਨਾ ਨੇ ਲੱਕੜਾਂ ਦੇ ਵਿੱਚ ਹੀ। ਆਖੋ ਵਾਹਿਗੁਰੂ। ਇਹਨੇ ਸੜਨਾ ਲੱਕੜਾਂ ਵਿੱਚ ਹੀ ਆ। ਇੱਥੇ ਸੁੱਖ ਸਹੂਲਤਾਂ ਬੜੀਆਂ ਨੇ ਬੰਦੇ ਕੋਲ। ਕਿਹੜੀਆਂ ਨੇ? ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸਿਉਣ ਚੰਦਨ ਸੁਗੰਧ ਲਾਈ ਮੋਤੀ ਹੀਰੇ। ਕਹਿਣ ਲੱਗੇ ਦੇਖੋ ਸੋਨੇ ਦੀਆਂ ਕੰਧਾਂ ਕੱਢ ਲਈਆਂ, ਵਿੱਚ ਹੀਰੇ ਮੋਤੀ ਜੜ ਲਏ, ਇੱਥੋਂ ਤੱਕ ਕਿ ਅਤਰ ਫਲੇਲ ਵੀ ਛਿੜਕ ਲਿਆ। ਸੁੰਦਰ ਸੇਜਾ ਵੀ ਬੰਦੇ ਦੇ ਕੋਲ ਆ। ਨੌਕਰ ਚਾਂਕਰ ਨੇ ਕੋਲ ਸੇਜਾ ਤੇ ਬੈਠਾ, ਤੇ ਬੈਠਿਆਂ ਨੂੰ ਗੁਰਮੁਖੋਂ ਪਾਣੀ ਆ ਗਿਆ, ਬੈਠਿਆਂ ਨੂੰ 36 ਪ੍ਰਕਾਰ ਦਾ ਭੋਜਨ ਮਿਲ ਗਿਆ। ਸੋਨੇ ਦੀਆਂ ਥਾਲੀਆਂ ਤੇ ਚਾਂਦੀ ਦੇ ਚਮਚਿਆਂ ਨਾਲ ਖਾਣ ਵਾਲਿਆ ਬੰਦਿਆ, ਦੇਖ ਤੇਰੀ ਹਾਲਤ ਕੀ ਹੋਣੀ ਆ। ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗਰੇ ਸਿਉਣ ਚੰਦਨ ਸੁਗੰਧ। ਸੋਨੇ ਦਾ ਭਾਵੇਂ ਤੇਰਾ ਘਰ ਹੋਵੇ, ਚੰਦਨ ਦੀ ਸੁਗੰਧੀ ਹੋਵੇ, ਹੀਰੇ ਤੇ ਮੋਤੀ ਤੇਰੇ ਪਲੰਘ ਵਿੱਚ ਜੜੇ ਹੋਣ, ਇੱਕ ਗੱਲ ਯਾਦ ਰੱਖੀ, ਗ੍ਰਹਿ ਸਿਉਣ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਨਦਾ ਕਿਸ ਨਾਹੀ ਵਸੂਰੇ, ਸੋ ਪ੍ਰਭ ਚੇਤਨਾ ਵਿਸ਼ਟਾਂ ਕੇ ਕੀੜੇ। ਗੁਰੂ ਸਾਹਿਬ ਕਹਿੰਦੇ ਜੇ ਰੱਬ ਨਾ ਚੇਤੇ ਆਇਆ ਤਾਂ ਤੂੰ ਗੰਦਗੀ ਦੇ ਕੀੜੇ ਤੋਂ ਕੱਟ ਨਹੀਂ। ਆਖੋ ਵਾਹਿਗੁਰੂ। ਕਹਿਣ ਲੱਗੇ ਤੂੰ ਗੰਦਗੀ ਦੇ ਕੀੜੇ ਤੋਂ ਘੱਟ ਨਹੀਂ। ਇੰਨੇ ਜ਼ਿਆਦੇ ਸੁੱਖ ਲੈਣ ਵਾਲਿਆ, ਜਿਹਦੇ ਵਿੱਚ ਹੀਰੇ ਜਵਾਹਰਾਤ ਜੜੇ ਨੇ, ਉਹਨਾਂ ਪਲੰਘਾਂ ਤੇ ਵਿਸ਼ਰਾਮ ਕਰਨ ਵਾਲਿਆ, ਜੇ ਰੱਬ ਨਹੀਂ ਚੇਤੇ ਤੇ ਗੰਦਗੀ ਦੇ ਕੀੜੇ ਤੋਂ ਤੂੰ ਘੱਟ ਨਹੀਂ। ਗੰਦਗੀ ਦੇ ਕੀੜੇ ਬਰਾਬਰ ਨਾ। ਗੁਰੂ ਨਾਨਕ ਸਾਹਿਬ ਨੂੰ ਪੇਸ਼ ਕਰਦਾ ਹੈ ਕੋਈ, ਕਹਿਣ ਲੱਗਾ ਮਹਾਰਾਜ ਤੁਹਾਨੂੰ ਮੈਂ ਸੋਨੇ ਦਾ ਘਰ ਦੇ ਦੇਣਾ ਵਾ, ਹੀਰਿਆਂ ਮੋਤੀਆਂ ਨਾਲ ਜੜੇ ਪਲੰਘ ਤੇ ਬਹਿ ਜਾਓ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਲਯੁਗ ਨੂੰ ਸੰਬੋਧਨ ਕਰਕੇ, ਕਹਿਣ ਲੱਗੇ ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੰਗੂ ਔਰ ਅਗਨ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲੇ ਵਿਸਰਾ ਤੇ ਭੂਲੇ ਵਿਸਰੈ, ਮਤ ਦੇਖ ਭੂਲਾ ਵਿਸਰੇ ਤੇਰਾ ਚਿਤ ਨਾ ਆਵੇ ਨਾਓ। ਯਾਦ ਰੱਖਣਾ ਸੋਨੇ ਦੇ ਘਰ ਵਿੱਚ ਬਹਿ ਕੇ, ਮੋਤੀ ਹੀਰਿਆਂ ਦੇ ਮੰਜਿਆਂ ਤੇ ਬਹਿ ਕੇ ਵੀ ਰੱਬ ਨਹੀਂ ਯਾਦ ਆਉਣਾ, ਵਿਸਰ ਜਾਏਗਾ। ਤੂੰ ਵਿਸਰੇ ਤਾਂ ਸਭ ਕੋ ਲਾਗੂ, ਚੀਤ ਆਵੇ ਤਾਂ ਸੇਵਾ। ਕਹਿਣ ਲੱਗੇ ਇੰਨੀਆਂ ਸਹੂਲਤਾਂ ਵੀ ਤੇਰੇ ਪਾਸ ਜੇ ਹੋਣ, ਪਰ ਯਾਦ ਰੱਖੀ ਨਾਮ ਤੋਂ ਬਿਨਾਂ ਤੂੰ ਕਿਸੇ ਕੰਮ ਦਾ ਨਹੀਂ। ਧੰਨ ਗੁਰੂ ਨਾਨਕ ਸਾਹਿਬ 52 ਅੱਖਰੀ ਦੇ ਵਿੱਚ ਕੀ ਕਹਿੰਦੇ ਆ? ਉੱਥੇ ਦਾਤਾ ਜੀ 52 ਅੱਖਰੀ ਦੇ ਵਿੱਚ ਕਹਿੰਦੇ ਨੇ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਬੰਦਾ ਅਤ ਦਾ ਸੁੰਦਰ ਹੋਵੇ, ਉੱਚੀ ਕੁੱਲ ਵਾਲਾ ਹੋਵੇ, ਕੁਲੀਨ ਉੱਚੀ ਕੁੱਲ ਵਾਲਾ ਚਤਰ ਹੋਵੇ, ਮੁਖੋਂ ਗਿਆਨੀ ਗਿਆਨ ਵਾਲਾ ਹੋਵੇ, ਧਨ ਵਾਲਾ ਹੋਵੇ, ਪਰ ਜੇ ਰੱਬ ਨਾਲ ਪਿਆਰ ਨਹੀਂ ਕੀਤਾ, ਰੱਬ ਨਾਲ ਮੋਹ ਨਹੀਂ ਕੀਤਾ, ਰੱਬ ਨਾਲ ਪ੍ਰੀਤ ਨਹੀਂ ਲਾਈ, ਦਾਤਾ ਜੀ ਕਹਿੰਦੇ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਤੂੰ ਤੁਰਦਾ ਫਿਰਦਾ ਵੀ ਮੁਰਦਾ ਹੈ, ਤੁਰਿਆ ਫਿਰਦਾ ਵੀ ਮੁਰਦਾ ਹੈ। ਮੁਰਦੇ ਵਿੱਚ ਤੇ ਤੇਰੇ ਵਿੱਚ ਕੋਈ ਫਰਕ ਨਹੀਂ ਸੱਜਣਾ। ਜੇ ਤੂੰ ਰੱਬ ਨਾਲ ਪਿਆਰ ਨਹੀਂ ਕੀਤਾ, ਤੂੰ ਰੱਬ ਨਾਲ ਪ੍ਰੀਤ ਨਹੀਂ ਲਾਈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਸਾਚ ਕਹੋ ਸੁਣ ਲਹੋ ਲਿਹੋ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਇਹਨਾਂ ਨਾਲ ਮੋਹ ਕਰਨ ਵਾਲਿਆ, ਪ੍ਰੇਮ ਕਰਨ ਵਾਲਿਆ, ਕਿਤੇ ਰੱਬ ਨਾਲ ਵੀ ਮੋਹ ਕਰ ਲਾ, ਰੱਬ ਨਾਲ ਵੀ ਪ੍ਰੀਤ ਲਾ ਲਾ। ਜਿੱਦਣ ਰੱਬ ਨਾਲ ਪ੍ਰੀਤ ਲਾ ਲਏਗਾ, ਦੁਨੀਆ ਦੇ ਸਾਰੇ ਸੁੱਖ ਤੈਨੂੰ ਮਿਲ ਜਾਣਗੇ, ਤੇਰੀ ਝੋਲੀ ਵਿੱਚ ਪੈ ਜਾਣਗੇ। ਭਾਈ ਲੱਖੂ ਸਤਿਗੁਰੂ ਕਹਿੰਦੇ ਇਹ ਚੀਜ਼ਾਂ ਛੱਡ ਦੇ, ਇਹ ਤਾਨੇ ਵਿਣਸ ਜਾਣਾ, ਕੋਈ ਨਾਲ ਨਹੀਂ ਤੇਰੇ ਚੀਜ਼ ਜਾਣੀ। ਤੂੰ ਚੋਰੀਆਂ ਛੱਡ ਕੇ ਨਾਮ ਦਾ ਧਨ ਸੰਚ, ਜਿਹੜਾ ਤੇਰੇ ਨਾਲ ਨਿਭੇਗਾ। ਕਹਿਣ ਲੱਗਾ ਮਹਾਰਾਜ ਨਾਮ ਦਿਓ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਸਤਿਗੁਰੂ ਕਹਿੰਦੇ ਜਪਜੀ ਸਾਹਿਬ ਦਾ ਪਾਠ ਕਰਿਆ ਕਰ, 38 ਪੌੜੀਆਂ। ਕਹਿਣ ਲੱਗੇ ਜਪਜੀ ਸਾਹਿਬ ਦਾ ਪਾਠ ਕਰਿਆ ਕਰ। ਲੱਖੂ ਧਾੜਵੀ ਜਿਹੜਾ ਸੀ, ਉਹ ਗੁਰਮੁਖੋ ਇਹ ਆਦਤਾਂ ਛੱਡ ਕੇ ਜਪਜੀ ਸਾਹਿਬ ਨਾਲ ਜਦੋਂ ਜੁੜਿਆ ਨਾ, ਇੰਨੇ ਕੁ ਜਪਜੀ ਸਾਹਿਬ ਦੇ ਪਾਠ ਕੀਤੇ। ਯਾਦ ਰੱਖਣਾ ਲਾਹੌਰ ਗਿਆ ਤੇ ਲਾਹੌਰ ਦੀਆਂ ਗਲੀਆਂ ਵਿੱਚ ਜਦੋਂ ਜਾਪ ਕਰਦਾ ਸੀ ਨਾ ਜਪਜੀ ਸਾਹਿਬ ਦੇ ਵਿੱਚ, ਤੇ ਕਈ ਉੱਠ ਉੱਠ ਕੇ ਗੁਰਮੁਖੋ ਸੁਣਦੇ ਸਨ, ਇਕਾਗਰਤਾ ਬਣਾ ਕੇ ਸੁਣਦੇ ਸਨ। ਆ ਦੇਖੋ ਜੀ ਲੱਖੂ ਬਾਣੀ ਪੜ੍ਹਦਾ ਪਿਆ ਵਾ, ਕਈਆਂ ਨੇ ਸੁਣਨਾ। ਫਿਰ ਇੱਥੋਂ ਤੱਕ ਕਿ ਲਾਹੌਰ ਦੀਆਂ ਜਿਹੜੀਆਂ ਮਾਈਆਂ ਸਨ, ਉਹਨੇ ਕਿਸੇ ਨੇ ਕਹਿਣਾ, ਬੀਬੀ ਨੇ, ਭਾਈ ਜੀ ਪ੍ਰਸ਼ਾਦਾ ਛਕ ਕੇ ਜਾਇਓ, ਤੇ ਭਾਈ ਲੱਖੂ ਨੇ ਕਹਿਣਾ ਤੁਹਾਨੂੰ ਜਪਜੀ ਸਾਹਿਬ ਕੰਠਾ।
ਤੁਹਾਨੂੰ ਜਪਜੀ ਸਾਹਿਬ ਜ਼ਬਾਨੀ ਯਾਦ ਆ? ਜੇ ਕਹਿਣਾ ਨਹੀਂ ਬਾਬਾ ਜੀ, ਫਿਰ ਕਹਿਣਾ ਤੁਹਾਡੇ ਘਰ ਮੇਰਾ ਪ੍ਰਸ਼ਾਦਾ ਨਹੀਂ ਤਿਆਰ ਹੋਵੇਗਾ। ਜੇ ਜਪਜੀ ਸਾਹਿਬ ਕੰਠ ਹੈ ਤੇ ਪ੍ਰਸ਼ਾਦਾ ਉਹਦੇ ਘਰੋਂ ਛਕੂੰਗਾ, ਮੈਂ ਦੂਜੇ ਘਰੋਂ ਨਹੀਂ ਛਕੂੰਗਾ। ਯਾਦ ਰੱਖਣਾ, ਜਿਹੜਾ ਚੋਰੀਆਂ ਕਰਦਾ ਸੀ, ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿੱਚ ਆਇਆ, ਜਪਜੀ ਸਾਹਿਬ ਦੇ ਪਾਠ ਨਾਲ ਜੁੜਿਆ, ਉਹਨੇ ਇੰਨੀ ਕੁ ਬਾਣੀ ਪੜ੍ਹੀ ਗੁਰਮੁਖੋ, ਲਾਹੌਰ ਦੀਆਂ ਮਾਈਆਂ ਨੂੰ ਜਪਜੀ ਸਾਹਿਬ ਕੰਠ ਕਰਾਤਾ। ਉਹਨੇ ਲਾਹੌਰ ਦੀਆਂ ਜਿਹੜੀਆਂ ਮਾਈਆਂ ਸਨ, ਉਹਨੇ ਉਹਨਾਂ ਨੂੰ ਜਪਜੀ ਸਾਹਿਬ ਕੰਠ ਕਰਾਤਾ। ਲਾਹੌਰ ਦੀ ਗਲੀ ਵਿੱਚ ਕਿਹੜੀ ਮਾਈ ਸੀ, ਕਿਹੜੀ ਬੀਬੀ ਸੀ ਜਿਹਨੂੰ ਜਪਜੀ ਸਾਹਿਬ ਜ਼ਬਾਨੀ ਕੰਠ ਨਹੀਂ ਸੀ? ਫਿਰ ਕਹਿਣਾ ਜਿਹਨੂੰ ਜਪਜੀ ਸਾਹਿਬ ਕੰਠ ਆ ਨਾ, ਮੈਂ ਪ੍ਰਸ਼ਾਦਾ ਛਕੂੰਗਾ ਤੇ ਤੁਸੀਂ ਲਾ ਕੇ ਜਪਜੀ ਸਾਹਿਬ ਦਾ ਪਾਠ ਕਰਿਓ। ਜਿਹੜਾ ਪੂਰਨ ਗੁਰਸਿੱਖ ਆ ਨਾ, ਉਹ ਜਦੋਂ ਪ੍ਰਸ਼ਾਦਾ ਛਕਦਾ ਨਾ, ਨਾਲੇ ਬਾਣੀ ਸੁਣੀ ਜਾਂਦਾ, ਨਾਲੇ ਪ੍ਰਸ਼ਾਦਾ ਛਕੀ ਜਾਂਦਾ।